अस्सलाम वालेकुम सर, की हाल जे? ठीक हो? मैं क्या अज पंजाबी थोड़ी जी गल्लां करिए। यूरोप च अजकल फ्री कोर्सेस शुरू होए ने हिफ्ज़े कुरान दे, ते शुरू तो काफ़ी देर तो ही होए ने, मगर वक्त दे नाल नाल जदों बंदा इत्थे रहिंदा है, जानकारी होंदी है, तो पता चलदा है कि वाकई हिफ्ज़े कुरान दे कोर्स हो रहे ने। कुछ अर्सा पहले की गल है, मेरा एक दोस्त है, ਉਹਨੇ कुरान करीम हिफ्ज़ किया, तकरीबन अद्धा कुरान करीम हिफ्ज़ किया। ਉਹਦੀ बुढ़ी तरह नेक होएगी, ज़्यादा नेक होएगी जरूरत तो, ते ਜਿਹੜੀਆਂ ਵਿਚਾਰੀਆਂ ਸਿੰਪਲ ਜਿਹੜੀਆਂ ਬੁੱਢੀਆਂ ਹੁੰਦੀਆਂ ਨੇ, ਘੱਟ नेक ਹੁੰਦੀਆਂ ਨੇ, ਹਿਫਜ਼ ਤੇ ਉਹ ਵੀ ਕਰਵਾ ਛੱਡਦੀਆਂ ਨੇ। ਤੇ ਉਹ ਕੋਈ ਪਾਰਾ ਸੀ ਹਿਫਜ਼ ਕਰਾ ਛੱਡਦੀ, ਕੋਈ 2 ਕੋਈ 3। ਤੇ ਇਹ ਕੁਰਾਨ ਕਰੀਮ ਜਿਹੜਾ ਹਿਫਜ਼ ਕੁਰਾਨ ਦਾ ਜਿਹੜਾ ਕੋਰਸ ਹੈ ਨਾ, ਉਹ ਸਿਰਫ ਸ਼ਾਦੀशुदा ਬੰਦਿਆਂ ਲਈ ਹੁੰਦਾ ਜ਼ਿਆਦਾਤਰ ਨਾ। ਤੇ ਉਹ ਹੀ ਕੁਰਾਨ ਕਰੀਮ ਹਿਫਜ਼ ਕਰ ਸਕਦੇ ਨੇ। ਤੇ ਉਹ ਤੁਹਾਨੂੰ ਮੈਂ ਦੱਸਦਾ, ਹੁਣ ਤਰੀਕਾਕਾਰ ਤੁਹਾਨੂੰ ਮੈਂ ਦੱਸਦਾ। ਜੇਕਰ ਤੁਹਾਨੂੰ ਕੁਰਾਨ ਕਰੀਮ ਨਾਲ ਲਗਾਓ ਹੋਏ ਹੈ ਨਾ, ਤੇ ਫਿਰ ਇਹ ਤਰੀਕਾ ਤੁਸੀਂ ਖੁਦ ਅਜ਼ਮਾਉਣਾ ਹੈ, ਤੇ ਉਹ ਠੀਕ ਹਿਫਜ਼ ਕਰ ਜਾਓਗੇ ਇਨਸ਼ਾਅੱਲਾ ਤਾਲਾ। ਡਿਪੈਂਡ ਕਰਦਾ ਤੁਹਾਡੀ ਬੇਗਮ ਕਿੰਨਾ ਤੁਹਾਨੂੰ ਹਿਫਜ਼ ਕਰਾਉਂਦੀ ਹੈ। ਉਹ ਸੂਰਤ ਇਹ ਲੈ ਕਿ ਮੈਂ ਨਾ ਹੁਣ ਥੋੜ੍ਹੇ ਦਿਨ ਪਹਿਲੇ ਇੱਕ ਗੈਦਰਿੰਗ 'ਤੇ ਗਿਆ ਵਾਂ, ਤੇ ਗੈਦਰਿੰਗ 'ਤੇ ਗਿਆ ਤੇ ਉੱਥੇ ਪਤਾ ਚੱਲਿਆ ਕਿ ਉਹ ਇੱਕ ਬੰਦੇ ਬਾਰੇ ਪੁੱਛਿਆ। ਮੈਂ ਕਿਹਾ ਯਾਰ ਉਹ ਕਿੱਥੇ ਹੁੰਦਾ ਹੈ? ਕਹਿੰਦੇ ਜੀ ਕਿ ਉਹ ਹਿਫਜ਼ ਕਰਨ ਗਿਆ। ਦੂਜੇ ਬੰਦੇ ਤੋਂ ਪੁੱਛਿਆ ਉਹ ਕਿੱਥੇ? ਕਹਿੰਦੇ ਜੀ ਉਹ ਹਿਫਜ਼ ਕਰਨ ਗਿਆ। ਤੇ ਮੈਂ ਆਪਣੇ ਦੋਸਤ ਦੇ ਬਾਰੇ ਦੱਸਾਂ, ਉਹਨੂੰ ਤੇ ਉਹਦੀ ਬੇਗਮ ਨੇ ਜ਼ਿਆਦਾ ਹਿਫਜ਼ ਕਰਾਇਆ ਸੀ। ਉਹਨੂੰ ਤਕਰੀਬਨ ਕੋਈ 3-4 ਸਾਲ ਤਾਂ ਉਹਨੇ ਹਿਫਜ਼ ਦੇ ਕੋਰਸ 'ਤੇ ਭੇਜਿਆ। ਤੇ ਭੇਜਿਆ ਵੀ ਹੈ 50 ਸਾਲ ਦੀ ਉਮਰ 'ਚ, 40 ਸਾਲ ਦੀ ਉਮਰ 'ਚ। ਏਜ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਬਸ ਸ਼ਾਦੀशुदा ਹੋਣਾ ਚਾਹੀਦਾ ਬੰਦਾ। ਉਹਨੂੰ ਭੇਜਿਆ ਜਨਾਬੇ ਵਾਲੀ, ਉਹ ਅੱਧਾ ਪਾਰਾ ਹਿਫਜ਼ ਕਰਕੇ ਆਇਆ। ਉਹ ਦਰਅਸਲ ਉਹਦੀ ਬੁੱਢੀ ਨੇ ਫੋਨ ਕਰਤਾ ਯੂਰਪ ਵਿੱਚ ਕਿ ਮੇਰਾ ਬੰਦਾ ਮੈਨੂੰ ਮਾਰਦਾ ਜੀ, ਤੇ ਇਹ ਜੀ ਇਰਾਦਾ ਕਤਲ ਕਰ, ਤੇ ਇਹ ਤੇ ਉਹ ਕੋਈ ਐਂ ਦਾ ਕੇਸ ਪਾਤਾ ਹੈ। ਕੋਈ ਬੁੱਢੀਆਂ ਕੇਸ ਸਰ ਐਂ ਦਾ ਪਾ ਛੱਡਦੀਆਂ ਜੀ ਕਿ ਮੇਰਾ ਬੰਦਾ ਉਹ ਮੇਰੇ ਨਾਲ ਉਹਨੇ ਬਲਾਤਕਾਰ ਕੀਤਾ। ਬਲਾਤਕਾਰ ਸਮਝਦੇ ਹੋ ਤੁਸੀਂ? ਮਰਦ ਦੇ ਨਾਲ ਮੈਂ ਵੀਡੀਓ ਦੇ ਸ਼ੁਰੂ ਦੇ ਦਾਂਗਾ ਕਿ ਔਰਤਾਂ ਨਾ ਵੇਖਣ ਜਾਂ ਬੱਚੇ ਨਾ ਵੇਖਣ। ਹੁਣ ਦੱਸੋ ਕਿ ਜਿਹਦੇ ਨਾਲ ਨਿਕਾਹ ਹੋਇਆ ਹੈ ਉਹ ਬਲਾਤਕਾਰ, ਉਹਨੂੰ ਉਹ ਯਾਰ ਉਹ ਤਾਂ ਵੈਸੇ ਨਾਰਮਲ ਇਜਾਜ਼ਤ ਹੁੰਦੀ ਹੈ ਨਾ। ਉਹ ਐਸੇ ਅਜੀਬੋ ਗਰੀਬ ਕਿਸਮ ਦੇ ਕੇਸ ਪਾ ਛੱਡਦੀਆਂ ਨੇ ਬੁੱਢੀਆਂ ਕਿ ਉਹ ਬੰਦਿਆਂ ਨੂੰ ਹੋ ਜਾਂਦੀ ਜੇ ਸਾਲ ਦੀ ਕੈਦ, 2 ਸਾਲ ਦੀ। ਕਿਸੇ ਕਹਿ ਜੀ ਮੇਰੇ ਬੰਦੇ ਨੇ ਮੈਨੂੰ ਧਮਕੀ ਦਿੱਤੀ ਹੈ। ਇਹ ਯੂਰਪ ਦੇ ਮਸਾਇਲ ਜੇ। ਹਰ ਘਰ ਤੋਂ ਮੁਰਾਦ ਹੈ ਕਿ ਫਰ ਦੂਜੇ ਚੌਥੇ ਘਰ ਉਹ ਫਿਰ ਬੁੱਢੀਆਂ, ਫਿਰ ਉਹਨਾਂ ਦੀ ਬੜੇ ਜ਼ਬਰਦਸਤ ਇੱਕ ਅੱਛਾ ਸਿਸਟਮ ਹੁੰਦਾ ਉਹਨਾਂ ਦਾ। ਉਹਨਾਂ ਦੀ ਇੱਕ ਉਹ ਪੰਚਾਇਤ ਜੀ ਬਹਿੰਦੀ ਹੈ। ਪੰਚਾਇਤ ਬਣਾਉਣ ਦੀ ਵੀ ਲੋੜ ਕੋਈ ਨਹੀਂ ਅੱਜ ਕੱਲ੍ਹ ਵਟਸਐਪ ਚੱਲਦਾ ਹੈ ਮਾਸ਼ਾਅੱਲਾ, ਫੇਸਬੁੱਕ ਚੱਲਦਾ ਹੈ। ਉਹ ਤੇ ਉਹਦੇ ਉੱਤੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ। ਉਹ ਪੁੱਛਦੀ ਹਾਂ ਬਾਜੀ ਤੁਸੀਂ ਦੱਸੋ ਮੇਰਾ ਬੰਦਾ ਮੈਨੂੰ ਬੜਾ ਤੰਗ ਕਰਦਾ, ਮੈਂ ਤੇ ਕੀ ਕੇਸ ਕਰਾਂ? ਉਹ ਕਹਿੰਦੇ ਅੱਛਾ ਕੇਸ ਇਹ ਤੈਨੂੰ ਮੈਂ ਦੱਸਦਾ, ਮੈਂ ਵਕੀਲ ਨਾਲ ਮਿਲੀ ਸੀ, ਵਕੀਲ ਨਾਲ ਗੱਲ ਕੀਤੀ ਸੀ ਮੈਂ, ਤੇ ਉਹਦੇ ਉੱਤੇ ਤੂੰ ਕੇਸ ਪਾ ਦੇ ਬਲਾਤਕਾਰ ਦਾ, ਤਾਂ ਉਹ ਇਹਨੂੰ ਇੰਨੇ ਸਾਲ ਦੀ ਕੈਦ ਹੋ ਜਾਏਗੀ। ਫਿਰ ਇਸੇ ਤਰ੍ਹਾਂ ਦੇ ਅਜੀਬੋ ਗਰੀਬ ਕਿਸਮ ਦੇ ਕੇਸ। ਫਿਰ ਉਹਦੇ ਬਾਅਦ ਜਦੋਂ ਤਲਾਕ ਹੋਣ ਲੱਗਦੀ ਸਰ, ਉਹ ਤੁਹਾਨੂੰ ਮੈਂ ਸਿਰਫ ਯੂਰਪ ਦੀ ਮਿਸਾਲ ਦੱਸਣ ਲੱਗਾ। ਤੇ ਉਹ ਜਦੋਂ ਤਲਾਕ ਹੋਣ ਲੱਗਦੀ ਹੈ ਤੇ ਉਹ ਜਾ ਕਾਜ਼ੀ ਨੂੰ ਕਹਿ ਛੱਡਦੀ ਹੈ ਕਿ ਇਹ ਜੀ ਮੇਰੇ ਕਾਬਲ ਨਹੀਂ ਸੀ ਹੈਗਾ। ਹਾਂ ਬਿਲਕੁਲ। ਤੇ ਫਿਰ ਹੁਣ ਬੰਦਾ ਹੁਣ ਕਿੱਥੇ ਉੱਥੇ ਬੰਦਾ ਉਹਦੇ ਪੱਲੇ ਕੋਈ ਰਹਿੰਦਾ ਕੋਈ ਨਹੀਂ ਹੈਗਾ ਨਾ। ਤੇ ਇੰਜ ਦੀ ਸੂਰਤ ਹਾਲ ਹੁੰਦੀ ਹੈ। ਤੇ ਯੂਰਪ ਦੇ ਵਿੱਚ ਜਿਹੜਾ ਹੈ ਨਾ, ਉਹ ਬੁੱਢੀਆਂ ਜਿਹੜੀਆਂ ਕੇਸ ਕਰ ਛੱਡਦੀਆਂ। ਫਿਰ ਬੰਦਾ ਹੁਣ ਜੇਲ੍ਹ ਦੇ ਵਿੱਚ ਜਾ ਕੇ, ਹੁਣ ਤੁਸੀਂ ਇਮਰਾਨ ਖਾਨ ਨੂੰ ਦੇਖ ਲਿਆ ਕਿ ਉਹ ਜੇਲ੍ਹ 'ਚ ਗਿਆ, ਤੇ ਜੇਲ੍ਹ 'ਚ ਜਾ ਕੇ ਉਹਨੇ ਕੁਰਾਨ ਹੀ ਮੰਗਿਆ, ਤੇ ਕੁਰਾਨ ਹੀ ਪੜ੍ਹਦਾ ਪਿਆ ਸੁਬਾਹ ਸ਼ਾਮ ਦੁਪਹਿਰ ਜਿਹੜਾ ਹੈ ਨਾ। ਤੇ ਉਹ ਦੱਸਦਾ ਕਿ ਮੈਂ ਕੁਰਾਨ ਕਰੀਮ ਪੜ੍ਹ ਰਿਹਾ, ਤਫਸੀਰ ਨਾਲ ਪੜ੍ਹ ਰਿਹਾ। ਉਹ ਵੀ ਹਾਫਜ਼ ਬਣ ਕੇ ਆ ਜਾਏਗਾ ਬਾਹਰ ਹੁਣ। ਤੇ ਉਹ ਹਾਫਜ਼ ਵੀ ਜਿਹੜੀਆਂ ਬੁੱਢੀਆਂ ਬਣਾਉਂਦੀਆਂ ਨੇ ਉਹ ਇੰਜ ਹੀ ਬਣਾਉਂਦੀਆਂ ਜੇ। ਤੇ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਤੋਂ ਨਾਲ ਐਸਾ ਦੇ ਵਾਕਿਆਤ ਹੋ ਚੁੱਕੇ ਨੇ। ਕੋਈ ਅੱਧਾ ਪਾਰਾ ਹਿਫਜ਼ ਕਰਕੇ ਆਉਂਦਾ, ਤੇ ਕੋਈ ਉਹ ਪੂਰਾ ਕੁਰਾਨ ਵੀ ਹਿਫਜ਼ ਕਰਕੇ ਆਉਂਦਾ। ਇੱਕ ਬੰਦੇ ਨੂੰ ਜੇਲ੍ਹ ਹੋਈ ਸੀ, ਤੇ ਉਹ ਤਕਰੀਬਨ ਹੋ ਗਈ 7 ਸਾਲ ਦੀ ਜੇਲ੍ਹ ਹੋ ਗਈ। ਉਹ ਤੇ ਕੇਸ ਵੱਡਾ ਪੈ ਗਿਆ ਨਾ ਥੋੜ੍ਹਾ ਜਿਹਾ, ਤੇ ਉਹਨੂੰ 7 ਸਾਲ ਦੀ ਕੈਦ ਹੋਈ। ਤੇ ਉਹ ਕਹਿ ਰਿਹਾ ਸੀ ਕਿ ਮੈਂ ਹੁਣ ਕੁਰਾਨ ਪੂਰਾ ਹਿਫਜ਼ ਕਰਕੇ ਆਉਣਾ। ਹੁਣ ਵਾਪਸ ਤੇ ਆ ਗਿਆ, ਪਤਾ ਨਹੀਂ ਕੀ ਉਹ ਪੂਰਾ ਕਰਕੇ ਆਇਆ, ਅੱਧਾ ਕਰਕੇ ਆਇਆ, ਕੀ ਕਰਕੇ ਆਇਆ। ਮੈਂ ਉਹਨੂੰ ਨਹੀਂ ਮਿਲਿਆ। ਅਲਬੱਤਾ ਹੋਰ ਮੈਂ 2 ਬੰਦੇ ਦਾ ਮੈਨੂੰ ਪਤਾ ਚੱਲਿਆ ਕੁਛ ਦਿਨ ਪਹਿਲੇ ਕਿ ਉਹ ਦੋਨੋਂ ਬੰਦੇ ਜਿਹੜੇ ਨਾ, ਉਹ ਅੱਜ ਕੱਲ੍ਹ ਪਤਾ ਨਹੀਂ ਹਿਫਜ਼ ਹੀ ਕਰਦੇ ਹੋਣੇ ਨੇ। ਉੱਥੇ ਅੰਦਰ ਬਹਿ ਕੇ ਕਰਨਾ ਕੀ ਉਹਨਾਂ ਦੱਸੋ ਮੈਨੂੰ? ਉੱਥੇ ਨਾ ਤੇ ਚੁਗਲੀਆਂ ਨੇ, ਨਾ ਵਟਸਐਪ ਹੈ,
ना कोई फेसबुक है ना कोई ट्विटर है, कोई शै नहीं। उत्थे फिर यह ही है कि बंदा फिर रब नूं याद करदा ते रब दी कलाम पढ़दा ते ओह फिर हाफज बन के बाहर आंदा है। ते बुढ़ियां जिहड़ियां ने उन्हां कोलों बचो, जिन्ना को बच सकदे हो, प्यार मुहब्बत नाल रहो ते हाफज बनन तो बचो। ਜਦੋਂ ਤੁਸੀਂ ਹਾਫਜ਼ ਜਦੋਂ ਉਹ ਕੇਸ ਹੀ ਯਾਰ ਐਸਾ ਪਾਉਂਦੇ ਯਾਰ ਕੀ ਸੂਰਤ ਹਾਲ ਹੈ। ਮੈਂ ਤੁਹਾਨੂੰ ਮਜ਼ੀਦ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਜੋ ਵੀ ਸੂਰਤ ਹਾਲ ਹੈ। ਇੱਥੇ ਦੇ ਹਾਲਾਤ ਦੱਸਿਆ ਕਰਾਂਗੇ ਕਿ ਇੱਥੇ ਹਾਲਾਤ ਕਹਿੰਦੇ ਨੇ, ਕਹਿੰਦੇ ਕਿ ਦੂਰ ਦੇ ਢੋਲ ਸਹਾਰ ਨੇ। ਇਹ ਸਿਆਣੇ ਕਹਿ ਗਏ ਨੇ, ਜੋ ਸਿਆਣਿਆਂ ਨੇ ਗੱਲਾਂ ਕੀਤੀਆਂ ਨੇ ਉਹ ਬੜੀ ਜਿਹੜੇ ਪਹੁੰਚ ਕੇ ਗੱਲ ਕਰਦੇ ਨੇ। ਕੋਈ ਉਹ ਐਵੇਂ ਗੱਲ ਨਹੀਂ ਕਰਦੇ, ਗੱਲ ਕੋਈ ਸੁੱਟਣ ਵਾਲੀ ਨਹੀਂ ਹੁੰਦੀ। ਤੇ ਉਹ ਵਾਕਈ ਦੂਰ ਦੇ ਢੋਲ ਸਹਾਰ ਨੇ ਜਿਹੜੇ ਤੇ ਜੇ ਬੈਠੇ ਨਾ, ਪਾਕਿਸਤਾਨ ਬੈਠੇ ਨੇ, ਸੱਜੇ ਖੱਬੇ ਦੂਜੇ ਮੁਲਕਾਂ 'ਚ ਬੈਠੇ ਨੇ। ਉਹ ਸਮਝਦੇ ਪਤਾ ਨਹੀਂ ਉੱਥੇ ਪਤਾ ਨਹੀਂ ਲੋਕੀ ਬਾਬੂ ਬਣ ਕੇ ਟੁਰੇ ਫਿਰਦੇ ਨੇ ਜੇ। ਤੇ ਉਹ ਸੂਰਤ ਹਾਲ ਹੈ, ਬਾਬੂ ਬਣ ਕੇ ਕੋਈ ਨਹੀਂ ਫਿਰਦਾ। ਹਰ ਬੰਦਾ ਇੱਥੇ ਮਿਹਨਤ ਕਰਦਾ ਜੇ, ਤੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਕਰਦਾ ਜੇ ਉਹ ਯਕੀਨ ਕਰੋ ਕਿ ਜਿਹੜਾ ਅਸੀਂ ਫਤਰਾਨੇ ਦੀ ਰਕਮ ਜਾ ਕੇ ਲੋਕਾਂ ਨੂੰ ਦਿੰਦੇ ਆ ਨਾ, ਜਾ ਕੇ ਗਰੀਬਾਂ ਨੂੰ ਲੱਭ ਕੇ ਦਿੰਦੇ ਆ। ਤੇ ਕੋਈ ਉਹਨਾਂ ਦੇ ਯੂਰਪ ਦੇ ਵਿੱਚ ਰਹਿਣ ਵਾਲੇ ਲੋਕੀ ਜਦੋਂ ਕੰਮ ਕਰਦੇ ਨੇ ਵਿਚਾਰੇ, ਉਹਨਾਂ ਦੀ ਹਾਲਤ ਤੁਸੀਂ ਵੇਖ ਲਓ ਨਾ, ਤੇ ਤੁਸੀਂ ਫਤਰਾਨੇ ਦੀ ਰਕਮ ਉਹਨਾਂ ਨੂੰ ਦੇ ਦਿਓ। ਇਹ ਸੂਰਤ ਹਾਲ ਹੁੰਦੀ ਹੈ। ਬਾਕੀ ਯੂਰਪ ਜਿਹੜਾ ਹੈ, ਇਹ ਮਿੱਠੀ ਜਿਹੜੀ ਉਹ ਖੀਰ ਸਮਝ ਲਓ, ਜੋ ਵੀ ਇਹ ਬਜ਼ਾਹਿਰ ਮਿੱਠੀ ਹੈ ਤੇ ਸਰਦੀਆਂ ਦੀਆਂ ਬੜੀਆਂ ਜੇ। ਤੇ ਉਹ ਇਸੇ ਤਰ੍ਹਾਂ ਹੋਰ ਬੜੇ ਮਸਲੇ ਮਸਾਇਲ ਨੇ, ਤੁਹਾਨੂੰ ਮੈਂ ਇਸ ਤਰ੍ਹਾਂ ਦੱਸਾਂਗਾ ਕਦੀ। ਤੇ ਇਹ ਛੋਟੀ ਜਿਹੀ ਵੀਡੀਓ ਮੈਂ ਬਣਾਵਾਂਗਾ, ਅਗਰ ਤੇ ਪਸੰਦ ਆਈ ਤੇ ਇਹਨੂੰ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰਨਾ। ਤੇ ਮੈਂ ਤੁਹਾਨੂੰ ਇੰਸ਼ਾਅੱਲਾ ਤਾਲਾ ਮੈਂ ਸੋਚਿਆ ਕਿ ਯਾਰ ਬਜਾਏ ਇਸ ਤੇ ਕਿ ਸਿਆਸਤ ਦੇ ਬਾਰੇ ਵੀ ਕਦੀ ਗੱਲ ਕਰਿਆ ਕਰਾਂਗੇ। ਮਗਰ ਸਿਆਸਤ ਦੇ ਵਿੱਚ ਐਸਾ ਅਜੀਬੋ ਗਰੀਬ ਕਿਸਮ ਦਾ ਜਿਹੜਾ ਹੈ ਨਾ, ਉਹ ਇਸ ਟਾਈਮ ਗਰੀਲਾ ਜਿਹਾ ਪੱਕਿਆ ਹੈ ਕਿ ਸਿਆਸਤ ਨਾਮ ਦੀ ਮੇਰੇ ਕੋਲ ਕੋਈ ਚੀਜ਼ ਨਹੀਂ ਹੈਗੀ। ਕੋਈ ਵੀ ਸੂਰਤ ਹਾਲ ਤੁਹਾਡੇ ਸਾਹਮਣੇ ਹੀ ਹੈ। ਮੈਂ ਹੁਣ ਕੀ ਦੱਸਾਂ, ਮੇਰੇ ਕੋਲ ਦੱਸਣ ਲਈ ਵੀ ਕੁਛ ਨਹੀਂ ਹੈਗਾ। ਤੇ ਬਾਕੀ ਇਹ ਸੂਰਤ ਹਾਲ ਹੈ, ਜਾਂ ਤੇ ਸਾਨੂੰ ਦੱਸੋ ਜਾਂ ਸਾਨੂੰ ਉਹ ਅਦਾਲਤਾਂ ਦਿਖਾਓ ਯਾਰ। ਉਹ ਅਦਾਲਤਾਂ ਜਿਹੜੀਆਂ, ਉਹ ਅਖਬਾਰਾਂ, ਉਹ ਮੀਡੀਆ, ਉਹ ਸਭ ਕੁਛ ਉਹ ਸਾਨੂੰ ਸਾਡੇ ਸਾਹਮਣੇ ਲਿਆ ਕੇ ਰੱਖ ਦਿਓ ਸਰ। ਜਿਹੜਾ ਵੀ ਸਾਨੂੰ ਦੱਸਦਾ ਸੀ ਕਿ ਫਲਾਣੇ ਨੂੰ ਇਸ਼ਤਿਹਾਰੀ ਕਰਾਰ ਦੇਤਾ, ਫਲਾਣੇ ਨੂੰ ਇਹ ਸਜ਼ਾ ਹੋ ਗਈ, ਫਲਾਣੇ ਨੂੰ ਇਹ ਸਜ਼ਾ ਹੋ ਗਈ, ਫਲਾਣਾ ਚੋਰ ਹੈ, ਫਲਾਣੇ ਨੇ ਜਹਾਜ਼ ਹਾਈਜੈਕ ਕਰ ਲਿਆ, ਸਭ ਕੁਛ ਕਰ ਲਿਆ। ਫਿਰ ਯਕਦਮ ਪਤਾ ਨਹੀਂ ਚੱਲਿਆ ਯਾਰ, ਜਦੋਂ ਥੋੜ੍ਹੇ ਦਿਨ ਦੀਆਂ ਖਬਰਾਂ ਦੇਖੀਆਂ ਨਾ, ਤੇ ਯਕੀਨ ਕਰੋ ਇੰਨਾ ਦਿਲ ਟੁੱਟਿਆ। ਜਾਂ ਪਹਿਲੇ ਝੂਠ ਸੀ, ਮੀਡੀਆ ਝੂਠ ਬੋਲਦਾ ਸੀ, ਸਿਆਸਤਦਾਨ ਝੂਠ ਬੋਲਦੇ ਸੀ, ਨਾਅਰੇ ਲਾਉਂਦੇ ਸੀ, ਸਭ ਕੁਛ ਕਰਦੇ ਸੀ। ਅੱਜ ਉਹ ਸਭ ਕੁਛ ਇੱਕ ਹੁੰਦਾ ਦੇਖ ਕੇ ਨਾ ਤੇ ਦਿਲ ਟੁੱਟ ਗਿਆ। ਮੈਂ ਸੋਚਿਆ ਕਿ ਯਾਰ ਬਜਾਏ ਇਸ ਤੇ ਕਿ ਸਿਆਸਤ ਤੇ ਗੱਲਾਂ ਕਰੀਏ, ਕੋਈ ਫਾਇਦਾ ਨਹੀਂ ਹੈਗਾ। ਸਿਆਸਤ ਤੇ ਉਹੀ ਹੈ ਜਿਹੜੀ ਉਹਨਾਂ ਦੀ ਮਨਪਸੰਦ ਹੈ ਭਾਈ ਸਾਹਿਬ। ਬਾਕੀ ਜੋ ਹੋਣਾ ਹੈ ਮੁਲਕ ਦੇ ਵਿੱਚ ਹੋਣਾ ਹੀ ਹੈ। ਤੇ ਇੱਥੇ ਜੋ ਹੋ ਰਿਹਾ ਜੇ ਉਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸਿਆ। ਤੇ ਇੰਸ਼ਾਅੱਲਾ ਤਾਲਾ ਮਿਲਾਂਗੇ। ਮੈਂ ਪੰਜਾਬੀ 'ਚ ਮੈਂ ਸੋਚਿਆ ਕਿ ਪੰਜਾਬੀ 'ਚ ਵੀ ਕਦੀ ਗੱਲ ਕਰੀਏ ਤਦ ਕਰਕੇ ਸਾਡੇ ਪੰਜਾਬੀ ਭਰਾ ਵੀ ਨੇ ਤੇ ਉਹ ਵੀ ਸਮਝ ਸਕਣ। ਅਸਲਾਮ ਅਲੈਕੁਮ ਵਰਹਿਮਤੁਲਾਹ ਵਬਰਕਾਤੁਹ।